गोबिंद मिलन की एहो तेरी बरिया। अवर काज तेरे किते ना काम, मिल साध संगत भज केवल नाम। साध संगत जी 84 ਲੱਖ ਜੂਨ ਨੇ, ਭਾਵ 84 ਲੱਖ ਸਪੀਸੀਜ਼ ਮੰਨੀਆਂ ਨੇ ਸਾਡੇ ਸ਼ਾਸਤਰਾਂ ਨੇ, ਜਿਹਦੇ ਵਿੱਚੋਂ ਬੜੀ ਮੁਸ਼ਕਲ ਨਾਲ ਮਨੁੱਖਾ ਜਨਮ ਸਾਨੂੰ ਮਿਲਿਆ। ਅਤੇ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਇਸ ਜਨਮ ਦੇ ਵਿੱਚ ਪ੍ਰਭੂ ਨੂੰ ਮਿਲਣ ਦੀ ਤੇਰੀ ਵਾਰੀ ਹੈ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਵਾਰੀ ਹੈ। ਸੋ ਇਸ ਕਰਕੇ ਕੀ ਕਰ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਵਿੱਚ ਮਿਲ ਕੇ ਨਾਮ ਜਪ, ਕੀਰਤਨ ਕਰ, ਸੁਣ, ਕਥਾ ਸੁਣ ਤੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਆਪਣਾ ਜੀਵਨ ਸੁਖੀ ਕਰ, ਸ਼ੁਭ ਕਰਮ ਕਰ, ਨਾਮ ਜਪ, ਤਾਂ ਕਿ ਤੇਰਾ ਜਨਮ ਮਰਨ ਦਾ ਚੱਕਰ ਕੱਟਿਆ ਜਾਏ ਅਤੇ ਆਪਣੇ ਨਿਜ ਘਰ, ਆਪਣੇ ਘਰ ਵਿੱਚ ਤੂੰ ਵਾਪਸ ਪਹੁੰਚ ਜਾਵੇਂ। ਭਾਵ ਅਸੀਂ ਪ੍ਰਭੂ ਦੇ ਵਿੱਚੋਂ ਜਿਵੇਂ ਹੀ ਵੱਖਰੇ ਹੋਏ ਆ, ਕੁਛ ਹੱਦ ਤੱਕ ਅਸੀਂ ਵਾਪਸ ਉਹਦੇ ਵਿੱਚ ਲੀਨ ਹੋ ਜਾਈਏ। ਗੋਬਿੰਦ ਮਿਲਣੇ ਕੀ ਇਹੋ ਤੇਰੀ ਬਰੀਆ। ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਕੰਮ ਸਵਾਰ। ਕੀ ਕੰਮ ਸਵਾਰ? ਇਹੋ ਹੀ ਜਿਹੜਾ ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਸ ਉਮਰ ਵਿੱਚ ਸੰਤਾਂ ਸਾਧਾਂ ਦੀ, ਭਾਵ ਨਾਮ ਜਪਣ ਜਪਾਉਣ ਵਾਲੇ, ਕੀਰਤਨ ਕਰਨ ਕਰਵਾਉਣ ਵਾਲੇ, ਕਥਾ ਵਾਚਕਾਂ ਦੀ ਸੇਵਾ ਕਰ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ। ਇਸ ਸੰਸਾਰ ਵਿੱਚ ਹਰ ਲਾਹਾ, ਲਾਭ, ਹਰੀ ਦਾ ਲਾਭ। ਖੱਟ ਤੇ ਹਰੀ ਦਾ ਲਾਭ ਕਿਵੇਂ ਹੈ? ਨਾਮ ਜਪਣਾ, ਕੀਰਤਨ ਕਰਨਾ, ਕਰਵਾਉਣਾ, ਸੁਣਨਾ, ਕਥਾ ਸੁਣਨੀ, ਉਪਦੇਸ਼ ਕਮਾਉਣਾ ਅਤੇ ਸ਼ੁਭ ਕਰਮ ਕਰਨੇ। ਇਹਾਂ ਖਾਟ ਚਲੋ ਹਰ ਲਾਹਾ। ਇਸ ਲੋਕ ਵਿੱਚ ਹਰੀ ਦਾ ਲਾਭ, ਵਪਾਰ ਦੇ ਵਿੱਚੋਂ ਖੱਟ। ਇਹਾਂ ਖਾਟ ਚਲੋ ਹਰ ਲਾਹਾ, ਤਾਂ ਕਿ ਫਿਰ ਕੀ ਹੋਏਗਾ? ਆਪਣੇ ਕੋਲ ਜਿਵੇਂ ਹਰੀ ਨਾਮ ਦਾ ਚੋਖਾ ਸਾਰਾ ਆਪਣੇ ਕੋਲ ਧਨ ਜਮਾ ਹੋਏਗਾ, ਉਹਦੇ ਨਾਲ ਅਗਲੇ ਲੋਕ ਵਿੱਚ ਜਾ ਕੇ ਸੁਖ ਮਿਲੇਗਾ। ਆਗੇ ਬਸਨ ਸੁਹੇਲਾ। ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਨ ਸੁਹੇਲਾ। ਕਿਉਂ? ਔਦ ਘਟਾ ਦਿਨ ਸਰੈਣਾ ਰੇ। ਇਹ ਜੀਵਨ ਮੁੱਕਦਾ ਪਿਆ, ਇਹ ਉਮਰ ਦਿਨੋਂ ਦਿਨ ਘਟਦੀ ਪਈ ਹੈ। ਔਦ ਘਟਾ ਦਿਨ ਸੁਰੈਣਾ ਰੇ। ਫਿਰ ਕੀ ਕਰ? ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਕੰਮ ਸਵਾਰ ਲੈ। ਗੁਰੂ ਕੌਣ ਹੁੰਦਾ ਅਤੇ ਅਸੀਂ ਕੰਮ ਕੀ ਸਵਾਰਨਾ, ਇਹ ਵਿਚਾਰਨ ਦੀ ਲੋੜ ਹੈ। ਗੁਰੂ ਹੁੰਦਾ ਜਿਹੜਾ ਮਨੁੱਖ ਨੂੰ ਗਿਆਨ ਦਿੰਦਾ ਅਤੇ ਜਿਹੜਾ ਪ੍ਰਭੂ ਵਾਲਾ ਗਿਆਨ ਦਿੰਦਾ, ਭਾਵ ਜਿਹੜਾ ਪ੍ਰਭੂ ਨਾਲ ਜੁੜਨ ਦਾ ਗਿਆਨ ਦਿੰਦਾ, ਇਸ ਦੇ ਅਭਿਮਾਨ ਨੂੰ ਖਤਮ ਕਰਨ ਦਾ ਗਿਆਨ ਦਿੰਦਾ ਕਿ ਮੈਂ ਸਰੀਰ ਹਾਂ, ਮੈਂ ਹੋਰ ਹਾਂ, ਪ੍ਰਭੂ ਹੋਰ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਖਤਮ ਕਰਦਾ, ਜਿਹੜਾ ਉਹ ਗਿਆਨ ਦਿੰਦਾ, ਇੱਥੇ ਅਸੀਂ ਉਸ ਗੁਰੂ ਦੀ ਗੱਲ ਕਰ ਰਹੇ ਹਾਂ, ਜਿਹਦੇ ਵਾਸਤੇ ਆਸਾ ਦੀ ਵਾਰ ਸੱਚੇ ਪਾਤਸ਼ਾਹ ਲਿਖਿਆ ਹੋਇਆ, ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲੇ। ਸਤਿਗੁਰੂ ਨੇ ਐਸਾ ਉਪਦੇਸ਼ ਦਿੱਤਾ, ਇਹਨਾਂ ਅੱਖਾਂ ਨਾਲ ਹੀ ਮੈਨੂੰ ਇਹ ਸਾਰਾ ਸੰਸਾਰ ਜਿਹੜਾ ਉਹ ਪ੍ਰਭੂ ਦਾ ਰੂਪ ਦਿਸ ਪਿਆ। ਦਿਸਦਾ ਤਾਂ ਪਹਿਲੋਂ ਵੀ ਸੀ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਇਹ ਵਿਖਾ ਦਿੱਤਾ ਗੁਰੂ ਨੇ। ਐਸਾ ਗੁਰੂ ਜਿਹੜਾ ਉਪਦੇਸ਼ ਦਿੰਦਾ ਹੋਵੇ। ਕਰ ਉਪਦੇਸ਼ ਗਿਆਨ ਅੰਜਨ ਦਿਆ। ਹੁਣ ਸਾਧ ਸੰਗਤ ਜੀ ਆਪ ਜੀ ਸੋਚੋ ਕਿ ਉਪਦੇਸ਼ ਕੌਣ ਦੇ ਸਕਦਾ? ਉਪਦੇਸ਼ ਤਾਂ ਦੇਹਧਾਰੀ ਹੀ ਦੇ ਸਕਦਾ ਨਾ, ਕਿਉਂਕਿ ਉਪਦੇਸ਼ ਦੇਣ ਦਾ ਕਾਰਜ ਕਰਨਾ ਤੇ ਉਹ ਚੇਤਨ ਨੇ ਕਰਨਾ, ਜੜ ਵਸਤੂ ਨਹੀਂ ਕਰ ਸਕਦੀ। ਉਪਦੇਸ਼ ਲਿਖਿਆ ਹੋਣਾ ਕਿਤੇ, ਉਪਦੇਸ਼ ਕਿਤੇ ਉਕਰਿਆ ਹੋਣਾ, ਉਹਨੂੰ ਆਪਾਂ ਪੜ੍ਹ ਲੈਣਾ, ਉਹ ਇੱਕ ਹੋਰ ਗੱਲ ਹੈ। ਉਪਦੇਸ਼ ਦੇਣਾ ਇੱਕ ਬਿਲਕੁਲ ਵੱਖਰੀ ਗੱਲ। ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲਿਆ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਅਭਿਆਸ ਕਰੋ ਤੇ ਸਾਰਿਆਂ ਦੇ ਵਿੱਚ ਆਪਣੇ ਗੁਰੂ ਦਾ ਰੂਪ ਵੇਖੋ। ਜਿਹਨੂੰ ਵੀ ਕੋਈ ਮੰਨਦਾ ਉਹ ਆਪਣੇ ਗੁਰੂ ਦਾ ਰੂਪ ਵੇਖੋ, ਜਿਵੇਂ ਭਾਈ ਕਨ੍ਹਈਆ ਜੀ ਨੇ ਵੇਖਿਆ ਸੀ। ਸੋ ਇਹ ਅਭਿਆਸ ਕਰਨ ਦੀ ਲੋੜ ਹੈ। ਆਪਾਂ ਹੁਣ ਤੱਕ ਅਭਿਆਸ ਕਰ ਚੁੱਕੇ ਹਾਂ ਕਿ ਇਹ ਮੇਰਾ ਮਿੱਤਰ ਏ, ਆ ਮੇਰਾ ਵੈਰੀ ਏ, ਇਹ ਮੇਰਾ ਰਿਸ਼ਤੇਦਾਰ ਏ। ਪਰੰਤੂ ਜਦੋਂ ਅਸੀਂ ਗੁਰੂ ਦਾ ਉਪਦੇਸ਼ ਕਮਾ ਕੇ ਇਹ ਅਭਿਆਸ ਕਰ ਲਵਾਂਗੇ ਕਿ ਨਹੀਂ, ਇਹ ਕੁਝ ਵੀ ਨਹੀਂ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਜਦੋਂ ਇਹ ਦ੍ਰਿੜ ਕਰ ਲਵਾਂਗੇ ਫਿਰ ਸਾਨੂੰ ਕੋਈ ਨਹੀਂ ਦਿਸੇਗਾ। ਕਿਉਂਕਿ ਜਿਹਦੇ ਵਾਸਤੇ ਸੱਚੇ ਪਾਤਸ਼ਾਹ ਪੰਜਵੀਂ ਪਾਤਸ਼ਾਹੀ ਉਚਾਰਿਆ, ਬਿਸਰ ਗਈ ਸਭ ਤਾਤ ਪਰਾਈ। ਫਿਰ ਕਦੋਂ? ਜਬ ਤੇ ਸਾਧ ਸੰਗਤ ਮੋਹਿ ਪਾਈ। ਸਾਧੂ ਸੰਤਾਂ ਦੀ ਜਦੋਂ ਤੋਂ ਮੈਂ ਸੰਗਤ ਕੀਤੀ, ਉਦੋਂ ਤੋਂ ਮੈਨੂੰ ਈਰਖਾ ਮੇਰੀ ਚਲੀ ਗਈ, ਖਤਮ ਹੋ ਗਈ। ਔਰ ਅੱਗੇ ਬਚਨ ਕਰਦੇ ਨੇ, ਨਾ ਕੋ ਬੈਰੀ ਨਾ ਹੈ ਬੇਗਾਨਾ।
ਸਗਲ ਸੰਗ ਹਮ ਕੋ ਬਨ ਆਈ। ਹੁਣ ਤਾਂ ਕੋਈ ਦੁਸ਼ਮਣ ਨਹੀਂ ਦਿਸਦਾ, ਕੋਈ ਵੈਰੀ ਨਹੀਂ ਦਿਸਦਾ, ਕੋਈ ਬੇਗਾਨਾ ਨਹੀਂ ਦਿਸਦਾ, ਸਾਰੇ ਹੀ ਆਪਣੇ ਦਿਸਦੇ ਨੇ। ਇਹ ਅਵਸਥਾ ਹੋ ਜਾਂਦੀ ਹੈ, ਪਰ ਉਹਦੇ ਲਈ ਅਭਿਆਸ ਕਰਨਾ ਪੈਂਦਾ, ਲੰਬਾ ਅਭਿਆਸ ਕਰਨਾ ਪੈਂਦਾ। ਸਾਧੂ ਮਹਾਤਮਾ ਦੇ ਕਥਾ ਉਪਦੇਸ਼ ਲਗਾਤਾਰ ਸੁਣ ਕੇ ਸੁਣਦਿਆਂ ਉਹਨੂੰ ਕਮਾਉਂਦਿਆਂ ਹੌਲੀ ਹੌਲੀ ਸਾਨੂੰ ਪ੍ਰਾਪਤੀ ਹੁੰਦੀ ਹੈ। ਇਹ ਨਹੀਂ ਹੈਗਾ ਕਿ ਇੱਕਦਮ ਹੀ ਪ੍ਰਾਪਤੀ ਹੋ ਗਈ। ਔਰ ਫਿਰ ਉਸ ਨੂੰ ਦ੍ਰਿੜ ਕਰਕੇ ਰੱਖਣਾ ਵੀ ਪੈਂਦਾ। ਬਿਖ ਵਿਦਿਆ ਅਭਿਆਸ ਬਿਨ, ਜਿਹੜੀ ਵਿਦਿਆ ਦਾ ਅਭਿਆਸ ਨਾ ਕਰੀਏ ਉਹ ਜ਼ਹਿਰ ਦੇ ਸਮਾਨ ਹੋ ਜਾਂਦੀ ਹੈ, ਕਿਉਂਕਿ ਚੇਤਾ ਭੁੱਲ ਜਾਂਦਾ। ਸੋ ਇਸ ਕਰਕੇ ਇਸ ਅਵਸਥਾ ਨੂੰ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡਾ ਜਨਮ ਮਰਨ ਦਾ ਚੱਕਰ ਕੱਟਿਆ ਜਾਏ, ਅਸੀਂ ਬ੍ਰਹਮ ਗਿਆਨੀ ਬਣ ਸਕੀਏ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਸੋ ਸਾਧ ਸੰਗਤ ਜੀ, ਸਮਾਧੀ ਲਾਉਣ ਦਾ ਯਤਨ ਕਰਿਆ ਕਰੋ। ਯਤਨ ਕਰਦਿਆਂ ਹੀ ਕੁਝ ਲਾਭ ਹੁੰਦਾ। ਘਰਾਂ ਵਿੱਚ ਵੀ ਜਦੋਂ ਵੀ ਤੁਸੀਂ ਇਸ਼ਨਾਨ ਪਾਣੀ ਕਰਦੇ ਹੋ, ਇਸ਼ਨਾਨ ਕਰਕੇ ਭਾਵੇਂ 2-4-5 ਮਿੰਟ ਬਹਿ ਜਾ ਕਰੋ, ਨੇਤਰ ਮੀਟ ਕੇ, ਸਭ ਕੰਮ ਛੱਡ ਕੇ, ਫੋਨ ਬੰਦ ਕਰਕੇ ਘੱਟੋ ਘੱਟ 4-5 ਮਿੰਟ ਬੈਠ ਕੇ ਸਮਾਧੀ ਲਾਓ। ਆਪਣੇ ਗੁਰੂ ਦੀ ਤਸਵੀਰ ਅੰਦਰ ਵਸਾਓ। ਸਤਿਗੁਰ ਕੀ ਮੂਰਤ ਹਿਰਦੇ ਵਸਾਏ, ਮਨ ਇੱਛੇ ਸਹੀ ਫਲ ਪਾਏ। ਸੋ ਜੇ ਸੱਚੇ ਪਾਤਸ਼ਾਹ ਅੰਦਰ ਆ ਜਾਣ ਤੇ ਫਿਰ ਸਾਡੀਆਂ ਮਨ ਦੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਨਾ। ਪਰ ਅੰਦਰ ਤਾਂ ਵੇਲ ਹੀ ਨਹੀਂ, ਅੰਦਰ ਤਾਂ ਸਾਡੇ ਕੂੜਾ ਹੀ ਬਹੁਤ ਸਾਰਾ ਜਮਾ ਹੋਇਆ ਪਿਆ। ਸੱਚੇ ਪਾਤਸ਼ਾਹ ਦੇ ਅੰਦਰ ਆਉਣ ਨੂੰ ਤਾਂ ਥਾਂ ਹੀ ਨਹੀਂ। ਪਹਿਲਾਂ ਥਾਂ ਬਣਾਈਏ, ਸਫਾਈ ਕਰੀਏ। ਇਸ ਕਰਕੇ ਅਭਿਆਸ ਕਰੋ ਜੀ, ਅਭਿਆਸ। ਸਾਧ ਸੰਗਤ ਜੀ, ਮੈਂ ਕੁਝ ਦਿਨਾਂ ਤੋਂ ਆਪ ਜੀ ਨੂੰ ਬੇਨਤੀਆਂ ਕਰ ਰਿਹਾ ਪਰਿਵਾਰਕ ਝਗੜਿਆਂ ਦੀਆਂ ਅਤੇ ਆਪਣੀਆਂ ਲੜਕੀਆਂ ਦੀਆਂ ਸਮੱਸਿਆਵਾਂ ਵਾਸਤੇ। ਉਸ ਸੰਬੰਧੀ ਇੱਕ ਹੋਰ ਅੱਜ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸਾਡੀਆਂ ਲੜਕੀਆਂ ਨੂੰ ਅਸੀਂ ਬਹੁਤ ਪੜ੍ਹਾਉਂਦੇ ਹਾਂ, ਬਹੁਤ ਸਾਰੇ ਪੈਸਿਆਂ ਦੇ ਸਿਰ ਕਰ ਦਿੰਦੇ ਹਾਂ, ਕਮਾਈ ਆਪਣੀਆਂ ਕਰਦੀਆਂ ਨੇ, ਕੈਰੀਅਰ ਬਣਾਉਂਦੀਆਂ ਨੇ, ਜਿਹਨੂੰ ਅੱਜ ਕੱਲ੍ਹ ਆਉਂਦੇ ਵਧੀਆ ਨੌਕਰੀ ਕਰਦੀਆਂ, 2-2 4-4 ਲੱਖ ਕਮਾਉਂਦੀਆਂ ਨੇ, ਬੜੀ ਖੁਸ਼ੀ ਮਿਲਦੀ ਹੈ। ਇਹ ਇੱਕ ਪੱਖ ਹੈ। ਜੇ ਤਾਂ ਉਹਨੇ ਆਪਣੇ ਆਪ 'ਚ ਹੀ ਰਹਿਣਾ ਹੋਵੇ ਇਕੱਲੀ ਨੇ, ਫਿਰ ਤਾਂ ਕੰਮ ਠੀਕ ਹੈ। ਜਦੋਂ ਸਾਡੀ ਇੱਛਾ ਹੁੰਦੀ ਹੈ ਜਾਂ ਉਹਦੀ ਵੀ ਇੱਛਾ ਹੋ ਜਾਂਦੀ ਹੈ ਕਿ ਵਿਆਹ ਹੋਵੇ, ਵਿਆਹ ਕਰਵਾ ਕੇ ਸਹੁਰੇ ਪਰਿਵਾਰ ਜਾ ਕੇ ਇੱਕ ਸਮੱਸਿਆ ਆਉਂਦੀ ਹੈ ਕਿ ਸਾਡੀ ਕੁੜੀ ਨੂੰ ਨੌਕਰੀ ਵਧੀਆ ਕਰਨ ਕਰਕੇ ਘਰ ਦਾ ਕੰਮਕਾਰ ਕਰਨ ਦੀ ਆਦਤ ਨਹੀਂ ਬਣੀ ਹੁੰਦੀ। ਤੇ ਪੜ੍ਹੇ ਲਿਖੇ ਦਾ ਕਾਹਨੂੰ ਜੀ ਕਰਦਾ ਕਿ ਕੰਮ ਨੂੰ ਹੱਥ ਲਾਵਾਂ। ਤੇ ਫਿਰ ਬਾਹਰ 4 ਪੈਸਿਆਂ ਦੇ ਨਾਲ ਘੁੰਮਣ ਦੀ ਆਦਤ ਪਈ ਹੁੰਦੀ ਹੈ, ਪਿਕਨਿਕਾਂ ਕਰਨੀਆਂ, ਸ਼ਾਪਿੰਗ ਮਾਲਾਂ 'ਚ ਜਾਣਾ, ਘੁੰਮਣਾ, ਉਹ ਆਦਤਾਂ ਪਈਆਂ ਹੁੰਦੀਆਂ ਨੇ। ਜਦੋਂ ਘਰ 'ਚ ਕੰਮ ਕਰਨਾ ਪੈਂਦਾ, ਖਾਸ ਕਰਕੇ ਜੇ ਵੱਡਾ ਪਰਿਵਾਰ ਹੋਵੇ, ਸੱਸ ਸਹੁਰੇ ਦੇ ਨਾਲ ਰਹਿਣਾ ਪਵੇ, ਫਿਰ ਹੋਰ ਵੀ ਜ਼ਿਆਦਾ ਮੁਸ਼ਕਲ ਹੁੰਦੀ, ਕਿਉਂਕਿ ਬਹੁਤਿਆਂ ਲਈ ਰੋਟੀ ਪਕਾਉਣੀ, ਬਹੁਤੀ ਸਫਾਈ ਕਰਨੀ, ਕੋਈ ਪ੍ਰਾਹੁਣੇ ਆ ਗਏ, ਵੱਡਾ ਪਰਿਵਾਰ ਤਾਂ ਪ੍ਰਾਹੁਣੇ ਵੀ ਜ਼ਿਆਦਾ ਆਉਣਗੇ, ਉੱਥੇ ਜਾ ਕੇ ਮੁਸ਼ਕਲ ਹੁੰਦੀ ਹੈ। ਇਸ ਕਰਕੇ ਆਪਣੀਆਂ ਲੜਕੀਆਂ ਨੂੰ ਇਹ ਗੱਲਾਂ ਖੁੱਲ੍ਹ ਕੇ ਸਮਝਾਓ, ਦੱਸੋ ਕਿ ਭਾਈ ਇਹ ਗੱਲਾਂ, ਇਹ ਸਮੱਸਿਆਵਾਂ ਆਉਣੀਆਂ ਨੇ, ਉਹਦੀ ਪਹਿਲੋਂ ਤਿਆਰੀ ਕਰਕੇ ਰੱਖੋ। ਜਿਸ ਪਰਿਵਾਰ ਜਾ ਰਹੇ ਆ ਉੱਥੇ 4 ਨੌਕਰਾਣੀਆਂ ਹੈਗੀਆਂ ਨੇ, ਮੈਨੂੰ ਤਾਂ ਨਹੀਂ ਹੱਥ ਲਾਉਣਾ ਪਏਗਾ ਕੰਮ ਨੂੰ। ਜੇ ਲਾਉਣਾ ਪਏਗਾ ਤਾਂ ਫਿਰ ਮੈਂ ਖੁਸ਼ੀ ਕਰਨਾ। ਨਹੀਂ ਤਾਂ ਫਿਰ ਕੀ ਹੁੰਦਾ, ਜਦੋਂ ਕੰਮ ਕਰਨ ਦੀ ਆਦਤ ਨਾ ਹੋਵੇ, ਜੀ ਨਾ ਕਰਦਾ ਹੋਵੇ, ਫਿਰ ਸਾਡੀ ਬੇਟੀ ਜਿਹੜੀ ਹੈ ਉਹ ਕਹਿੰਦੀ ਹੈ ਜੀ ਮੇਰਾ ਤਾਂ ਅੱਜ ਸਿਰ ਦੁਖਦਾ, ਮੇਰੀ ਤਬੀਅਤ ਨਹੀਂ ਠੀਕ, ਮੈਂ ਨਹੀਂ ਕੰਮ ਕਰ ਸਕਦੀ। ਉਸੇ ਨੂੰ ਹੀ ਜਦੋਂ ਇਹ ਪਤਾ ਲੱਗ ਜਾਵੇ ਕਿ ਫਲਾਣੇ ਦੁਕਾਨ ਤੇ ਬੜੀ ਸੇਲ ਲੱਗੀ ਹੈ ਕੱਪੜਿਆਂ ਦੀ, ਨਵੇਂ ਫੈਸ਼ਨ ਦੇ ਕੱਪੜਿਆਂ ਦੀ ਸੇਲ ਲੱਗੀ ਹੈ, ਉਹ ਸਿਰ ਦੁਖਦਾ ਫਟਾਫਟ ਹੀ ਹਟ ਜਾਂਦਾ, ਫਟਾਫਟ ਹੀ ਧੀ ਸਾਡੀ ਤਿਆਰ ਹੋ ਕੇ ਉਧਰ ਨੂੰ ਭੱਜ ਪੈਂਦੀ ਹੈ। ਉਹਨੂੰ ਵਧੀਆ ਢੰਗ ਨਹੀਂ ਆਉਂਦੇ ਕਿ ਇਹੋ ਜਿਹੇ ਮੌਕੇ ਤੇ ਵਧੀਆ ਬਹਾਨੇ ਕਿਵੇਂ ਬਣਾਉਣੇ ਨੇ। ਇੱਕ ਪੁਰਾਣੀ ਕਹਾਣੀ ਹੈ ਆਪਣੀ ਪੰਜਾਬੀਆਂ ਦੀ ਕਿ ਇੱਕ ਕਿਸਾਨ ਸੀ, ਇੱਕ ਸੀ ਬ੍ਰਾਹਮਣ। ਉਹਨਾਂ ਦੋਹਾਂ ਨੇ ਰਲ ਕੇ ਖੇਤੀ ਕਰ ਲਈ। ਉਸ ਸਮੇਂ ਵਿੱਚ ਖੇਤੀ ਨਾਲ ਹੀ ਗੁਜ਼ਾਰਾ ਹੁੰਦਾ ਸੀ, ਪੇਟ ਪਾਲਣ ਲਈ ਹੋਰ ਤਾਂ ਕੋਈ ਸਾਧਨ ਨਹੀਂ ਸੀ। ਉਹਨਾਂ ਨੇ ਖੇਤੀ ਕੀਤੀ। ਖੇਤੀ ਦੇ ਵਿੱਚ ਜਦੋਂ ਕਣਕ ਪੱਕ ਗਈ ਤੇ ਕਣਕ ਵੱਢਣ ਦਾ ਸਮਾਂ ਆਇਆ, ਗਰਮੀ ਬੜੀ ਸੀ, ਉਹਦੇ ਵਿੱਚ ਮਿਹਨਤ ਵੀ ਧੁੱਪੇ ਸਾਰੀ ਕਰਨੀ ਪੈਂਦੀ ਸੀ। ਅੱਜ ਵਾਲਾ ਸਮਾਂ ਤਾਂ ਹੈ ਨਹੀਂ ਸੀ ਕਿ ਕੰਬਾਈਨ ਨੇ ਵੱਢ ਲੈਣੀ, ਹੱਥੀਂ ਵੱਢਣੀ, ਹੱਥੀਂ ਗਾਉਣੀ, ਫਲੇ ਵਾਹੁਣੇ, ਬੜਾ ਔਖਾ ਕੰਮ ਹੁੰਦਾ ਸੀ। ਅਤੇ ਪਿੱਛੋਂ ਰੋਟੀ ਵੀ ਪੂਰੀ ਆਉਣੀ ਹੈ ਕਿ ਨਹੀਂ ਆਉਣੀ, ਭੁੱਖਿਆਂ ਹੀ ਕੰਮ ਕਰਨਾ ਪੈਣਾ। ਜਿਹੜਾ ਕਿਸਾਨ ਸੀ, ਉਹਨੇ ਜੱਟ ਨੇ ਸੋਚਿਆ ਵੀ ਕੋਈ ਬਹਾਨਾ ਬਣਾਈਏ। ਉਹਨੇ ਆਪਣੇ ਲੱਤ ਦੇ ਉੱਤੇ ਇੱਕ ਠੀਕਰੀ ਬੰਨ ਲਈ, ਪੱਟੀ ਬੰਨ ਦਿੱਤੀ। ਆਂਦਾ ਮੇਰੇ ਤੇ ਫੋੜਾ ਹੋਇਆ, ਮੇਰੇ ਤੋਂ ਵਾਢੀ ਨਹੀਂ ਹੁੰਦੀ, ਬੈਠਾ ਨਹੀਂ ਜਾਂਦਾ। 1 ਦਿਨ 2 ਦਿਨ ਕੰਮ ਚੱਲੀ ਗਿਆ। ਇੱਕ ਦਿਨ ਉਹ ਬ੍ਰਾਹਮਣ ਨੇ ਸੋਚਿਆ ਵੀ ਇਹ ਫੋੜਾ ਇਹਨੂੰ ਹੋਇਆ ਤੇ ਵੇਖੀਏ ਤੇ ਸਹੀ ਕਿੰਨਾ ਕੁ ਫੋੜਾ ਵੱਡਾ, ਜਾਣ ਕੇ ਤੇ ਨਹੀਂ ਕਿਤੇ ਕਰਦਾ। ਉਹ ਜਦੋਂ ਜੱਟ ਸੌਂ ਗਿਆ ਨਾ, ਥੱਕਿਆ ਟੁੱਟਿਆ ਸੌਂ ਗਿਆ, ਬ੍ਰਾਹਮਣ ਨੇ ਸੋਚਿਆ ਵੀ ਹੁਣ ਵੇਨੇ ਇਹਦੇ ਜ਼ਖਮ ਕਿੰਨਾ ਕੁ ਹੈ। ਉਹਨੇ ਵੇਖਿਆ, ਪੱਟੀ ਖੋਲੀ, ਉਹਨੂੰ ਜੱਟ ਨੂੰ ਨਾ ਪਤਾ ਲੱਗਾ, ਗੂੜੀ ਨੀਂਦ ਆਈ ਸੀ ਤੇ ਵਿੱਚ ਤਾਂ ਕੁਝ ਵੀ ਨਹੀਂ ਸੀ।
ਉਹਨੇ ਕੀ ਕੀਤਾ, ਉਹਨੇ ਪੱਟੀ ਖੋਲ ਕੇ ਦੂਜੀ ਲੱਤ ਤੇ ਬੰਨ ਦਿੱਤੀ। ਉਹ ਜਦੋਂ ਆਪਣੀ ਮਰਜ਼ੀ ਨਾਲ ਉੱਠਿਆ ਤਾਂ ਉਹਨੂੰ ਬ੍ਰਾਹਮਣ ਕਹਿੰਦਾ ਚੱਲ ਬਈ ਕੰਮ ਕਰੀਏ, ਆਪਣੇ ਅੱਗੋਂ ਹੁਣ ਕੰਮ ਮੁਕਾਉਣਾ, ਕਣਕ ਸਿਰੇ ਲਾਉਣੀ ਹੈ। ਆਂਦਾ ਨਹੀਂ, ਮੇਰੇ ਤੇ ਨਾ ਫੋੜਾ ਬੜਾ ਦੁਖਦਾ, ਮੇਰੇ ਤੋਂ ਨਹੀਂ ਵਾਢੀ ਹੁੰਦੀ। ਆਂਦਾ ਤੇਰੇ ਕਿੱਥੇ ਹੋਇਆ ਫੋੜਾ? ਆਂਦਾ ਸੱਜੀ ਲੱਤ ਤੇ। ਆਂਦਾ ਵਿਖਾ ਹਾਂ। ਉਹਨੇ ਹੱਥ ਮਾਰਿਆ ਤੇ ਪੱਟੀ ਤਾਂ ਹੈ ਹੀ ਨਹੀਂ ਸੀ ਸੱਜੀ ਲੱਤ ਤੇ, ਪੱਟੀ ਚਲੀ ਗਈ ਸੀ ਖੱਬੀ ਲੱਤ ਤੇ, ਨਿਸ਼ਾਨ ਹੈਗਾ ਸੀ ਉਹਦਾ। ਉਹ ਆਂਦਾ ਇੱਥੋਂ ਕਿੱਧਰ ਗਈ ਪੱਟੀ ਮੇਰੀ? ਉਹ ਆਂਦਾ ਖੱਬੀ ਲੱਤ ਤੇ। ਉਹ ਆਂਦਾ ਕਿੱਥੇ ਫੋੜਾ? ਵਿਖਾ। ਫੋੜਾ ਹੈ ਹੀ ਨਹੀਂ ਸੀ। ਸੋ ਇਸ ਤਰ੍ਹਾਂ ਦਾ ਵਧੀਆ ਬਹਾਨਾ ਕੋਈ ਜੇ ਸਾਡੀਆਂ ਕੁੜੀਆਂ ਨੂੰ ਕਰਨਾ ਆ ਜਾਵੇ ਤੇ ਫੇਰ ਤੇ ਖੋਰੇ ਕੰਮ ਚੱਲ ਜਾਵੇ, ਪਰ ਉਹਨਾਂ ਨੂੰ ਉਹ ਆਉਂਦਾ ਨਹੀਂ ਉੱਥੇ। ਇਸ ਕਰਕੇ ਬੇਸਵਾਦੀ ਹੁੰਦੀ ਹੈ ਸਹੁਰੇ ਪਰਿਵਾਰ 'ਚ ਜਾ ਕੇ। ਸੋ ਇਹਨਾਂ ਗੱਲਾਂ ਦੀ ਉਹਨਾਂ ਨੂੰ ਜਾਚ ਸਿਖਾਉਣ ਦੀ ਲੋੜ ਹੈ, ਵਧੀਆ ਬਹਾਨੇ ਦੀ ਵੀ ਲੋੜ ਹੈਗੀ ਹੈ, ਅਤੇ ਕੰਮ ਕਰਨ ਦੀ ਆਦਤ ਦੀ ਵੀ ਲੋੜ ਹੈ। ਪਹਿਲੋਂ ਸਪਸ਼ਟ ਹੋਣਾ ਚਾਹੀਦਾ ਕਿ ਇੰਨਾ ਕੁਛ ਮੈਨੂੰ ਕਰਨਾ ਪੈਣਾ ਹੈ। ਇਹ ਕਈ ਵਾਰੀ ਅੱਗੋਂ ਸੱਸਾਂ ਨਨਾਣਾਂ ਦਾ ਵੀ ਹਿਸਾਬ ਹੁੰਦਾ ਕਿ ਉਹ ਬੜਾ ਪਿਆਰ ਕਰਦੀਆਂ ਨੇ, ਠੀਕ ਹੈ, ਵੰਡ ਕੇ ਨਾਲ ਥੋੜਾ ਜਿਹਾ ਨੂੰ ਆਂਦੀਆਂ ਨੇ ਤੂੰ ਵੀ ਕਰ ਲੈ, ਅਸੀਂ ਵੀ ਕਰ ਲੈਣੀ ਆ। ਅਤੇ ਕਈ ਵਾਰੀ ਉਹਨਾਂ ਦਾ ਸੱਸਾਂ ਨਨਾਣਾਂ ਦਾ ਇਹ ਵੀ ਹਿਸਾਬ ਹੁੰਦਾ, ਉਹਨਾਂ ਦੇ ਵਿਚਾਰ ਐਸੇ ਹੁੰਦੇ ਨੇ ਕਿ ਇਹ ਹੁਣ ਆ ਗਈ, ਕੰਮ ਸਾਰਾ ਕਰਦਾ, ਇਹ ਹੀ ਕਰੇਗੀ, ਹਾਂ ਤਾਂ ਹੱਥ ਨਹੀਂ ਲਾਉਣਾ। ਸੋ ਇਹ ਕਈ ਤਰ੍ਹਾਂ ਦੇ ਹੁੰਦੇ ਨੇ ਹਾਲਾਤ, ਉਹ ਵੀ ਬਦਲਦੇ ਰਹਿੰਦੇ ਨੇ। ਇਹਨਾਂ ਸਾਰੇ ਹਾਲਾਤਾਂ ਲਈ ਪਹਿਲੋਂ ਹੀ ਆਪਣੀ ਧੀ ਨੂੰ ਤਿਆਰ ਕਰਕੇ ਭੇਜੋ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣੀ ਧੀ ਨੂੰ ਮਾਨਸਿਕ ਰੂਪ ਵਿੱਚ, ਸਰੀਰਕ ਰੂਪ 'ਚ ਵੀ ਐਸਾ ਤਿਆਰ ਕਰੋ ਤਾਂ ਕਿ ਉਹਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਮੈਨੂੰ ਕੰਮ ਕਰਨਾ ਪੈ ਗਿਆ। ਉਹ ਚਾਈ ਕੰਮ ਕਰੇ, ਉਹਨੂੰ ਇਹ ਦੁਖੇ ਨਾ ਕਿ ਮੈਨੂੰ ਕੋਈ ਕੰਮ ਕਰਨ ਨੂੰ ਕਹਿ ਰਿਹਾ। ਚਾਈ ਘਰ ਦਾ ਕੰਮ ਸਾਂਭੇ, ਪਰ ਇਹ ਗੱਲਾਂ ਸਾਰੀਆਂ ਪਹਿਲੋਂ ਖੋਲੀਆਂ ਹੋਣ। ਜਿਵੇਂ ਅੱਜ ਕੱਲ੍ਹ ਮੁੰਡੇ ਕੁੜੀਆਂ ਵਿਆਹ ਤੋਂ ਪਹਿਲਾਂ ਹੀ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ, ਇਹ ਗੱਲਾਂ ਖੁੱਲੀਆਂ ਹੋਣ ਤਾਂ ਬਹੁਤ ਸੌਖਾ ਹੋ ਜਾਂਦਾ। ਸੋ ਆਪਣਾ ਵਿਆਹਕ ਜੀਵਨ ਸੁਖੀ ਕਰਨ ਵਾਸਤੇ ਐਸੀਆਂ ਗੱਲਾਂ ਦਾ ਵੀ ਧਿਆਨ ਰੱਖੋ ਤਾਂ ਕਿ ਸਾਡਾ ਪਰਿਵਾਰਕ ਜੀਵਨ ਸੁਖੀ ਚੱਲ ਸਕੇ। ਜੇ ਪਰਿਵਾਰਕ ਜੀਵਨ ਸੁਖੀ ਹੋਵੇਗਾ ਤਾਂ ਹੀ ਸਾਡੀ ਬਿਰਤੀ ਟਿਕ ਸਕਦੀ ਹੈ, ਤਾਂ ਹੀ ਭਜਨ ਹੋ ਸਕਦਾ, ਤਾਂ ਹੀ ਅਸੀਂ ਕੋਈ ਸ਼ੁਭ ਕਰਮ ਕਰ ਸਕਦੇ ਹਾਂ। ਜੇ ਕਲੇਸ਼ ਘਰ ਵਿੱਚ ਪਿਆ ਰਵੇ ਤਾਂ ਕਾਹਨੂੰ ਬਿਰਤੀ ਟਿਕਦੀ ਹੈ, ਕਾਹਨੂੰ ਸ਼ੁਭ ਕਰਮ ਹੁੰਦੇ ਨੇ। ਔਰ ਜਿਹਦੇ ਤਲਾਕ ਹੋਣ ਤੇ ਆਇਆ ਹੋਵੇ, ਹੋ ਗਿਆ ਹੋਵੇ, ਨੂੰਹ ਚਲੀ ਗਈ, ਕਦੀ ਧੀ ਘਰ ਬੈਠੀ ਹੈ, ਉਹਨਾਂ ਦੀਆਂ ਬਿਰਤੀਆਂ ਕਾਹਨੂੰ ਟਿਕਣੀਆਂ ਨੇ। ਇਹਨਾਂ ਸਾਰੀਆਂ ਗੱਲਾਂ ਤੋਂ ਬਚਣ ਲਈ ਇਸ ਬਚਨ ਨੂੰ ਮੰਨੋ। ਕਾਲ ਕਲੇਸ਼ ਮਿਟਾਏ ਸਤਿਗੁਰ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਪੂਰੇ ਸਤਿਗੁਰੂ ਦੇ ਚਰਨੀ ਲੱਗ ਕੇ ਸ਼ਾਂਤੀ ਪ੍ਰਾਪਤ ਹੋਣੀ ਚਾਹੀਦੀ। ਸੁਖ ਉਪਜੇ ਵਾਜੇ ਅਨਹਦ ਤੂਰੇ, ਮਹਾ ਆਨੰਦ ਹੋਣਾ ਚਾਹੀਦਾ। ਅਨਹਦ, ਬੇਹੱਦ, ਜਿਹਦੀ ਕੋਈ ਸੀਮਾ ਨਹੀਂ, ਅਣਗਿਣਤ ਵਾਜੇ ਵੱਜਦੇ ਹੋਣ। ਸੋ ਐਸੀ ਬਿਰਤੀ ਬਣਾਓ, ਐਸੇ ਘਰ ਦੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰੋ ਜਿੰਨਾ ਬਣ ਸਕੇ। ਔਰ ਸੱਚੇ ਪਾਤਸ਼ਾਹ ਕਿਰਪਾ ਕਰਨ। ਹੁਣ ਸਾਰੇ ਨੇਤਰ ਮੀਟ ਕੇ, ਪੂਰਾ ਧਿਆਨ ਧਰ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਤਸਵੀਰ ਆਪਣੇ ਅੰਦਰ ਵਸਾਓ ਤੇ ਸਾਰੇ ਆਖੋ ਧੰਨ ਸਤਿਗੁਰੂ ਰਾਮ ਸਿੰਘ।